ਕਾ ਬਖਸ਼ਿਆ। ਫਤਿਹ ਦਾ ਨਾਰਾ ਕਰੀਏ ਬੁਲੰਦ ਗਜ ਕੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ। ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ। ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ। ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ। ਮੁਕਤ ਪਦਾਰਥ ਪਾਈਐ ਅਵਗੁਣ ਮਿਟਣ ਹਾਰ। ਭਾਈ ਰੇ ਗੁਰ ਬਿਨ ਗਿਆਨ ਨ ਹੋਏ। ਪੁੱਛੋ ਬ੍ਰਹਮੈ ਨਾਰਦ ਵੇਦ ਬਿਆਸੈ ਕੋਏ। ਪੁੱਛੋ ਬ੍ਰਹਮੈ ਨਾਰਦ ਵੇਦ ਬਿਆਸੈ ਕੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 59 ਉੱਪਰ ਸੁਭਾਏਮਾਨ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਬਚਨਾਂ ਰਾਹੀਂ ਕੀ ਬਖਸ਼ਿਸ਼ ਕਰਦੇ ਹੈ ਕਿ ਹਰ ਇੱਕ ਮਨੁੱਖ ਨੂੰ ਗੁਰੂ ਵਾਲੇ ਬਣਨਾ ਚਾਹੀਦਾ। ਗੁਰੂ ਤੋਂ ਬਗੈਰ ਕਿਸੇ ਦੀ ਵੀ ਗੱਲ ਨਹੀਂ ਬਣਨੀ। ਇਹ ਲੋਹੇ ਤੇ ਲਕੀਰ ਹੈ ਗੁਰੂ ਨਾਨਕ ਜੀ ਦੀ। ਔਰ ਗੁਰੂ ਵੀ ਪੂਰਾ ਮਿਲ ਜਾਵੇ ਸਾਨੂੰ ਸਹੀ ਮਾਰਗ ਦਰਸ਼ਨ ਕਰਨ ਵਾਲਾ। ਕਿਉਂਕਿ ਗੁਰੂ ਦੇ ਭੇਖ ਵਿੱਚ ਸੰਸਾਰ ਵਿੱਚ ਪਖੰਡ ਵੀ ਬਹੁਤ ਹੈ। ਔਰ ਹਜੇ ਅਸਲੀ ਚੀਜ਼ ਮਗਰੋਂ ਬਣਦੀ ਹੈ। ਸਾਡੇ ਭਾਰਤ ਵਿੱਚ ਲਗਭਗ ਨਕਲ ਉਹਦੀ ਉਦੋਂ ਪਹਿਲਾਂ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਮਾਤ ਲੋਕ ਦੇ ਵਿੱਚ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆ ਕੇ ਸੱਚ ਦਾ ਪ੍ਰਚਾਰ ਕੀਤਾ, ਹੋਕਾ ਦਿੱਤਾ, ਉੱਥੇ ਬਹੁਤ ਸਾਰੇ ਸੰਸਾਰ ਦੇ ਵਿੱਚ ਪਹਿਲਾਂ ਵੀ ਪਖੰਡ ਚੱਲ ਰਹੇ ਸੀ, ਕਰਮਕਾਂਡ। ਔਰ ਬਾਬੇ ਨਾਨਕ ਦੇ ਬਾਅਦ ਵੀ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਉਸੇ ਤਰ੍ਹਾਂ ਦਾ ਹੀ ਭੇਖ ਧਾਰ ਕੇ ਆਪਣੇ ਆਪ ਨੂੰ ਨਾਨਕ ਦੱਸਣ ਲੱਗੇ। ਇੱਦਾਂ ਵੀ ਬਹੁਤ ਹੋਏ। ਪਰ ਸਾਡੇ ਕੋਲੇ ਗੁਰੂ ਨਾਨਕ ਦੇ ਬਚਨ ਹਨ। ਸਾਨੂੰ ਭਟਕਣ ਦੀ ਲੋੜ ਨਹੀਂ। ਸਾਡੇ ਕੋਲੇ 15 ਭਗਤਾਂ ਦੇ ਪੂਰਿਆਂ ਦੇ ਜਿਹੜੇ ਪੂਰੇ ਨੇ, ਪੂਰੇ ਗੁਰੂ 15 ਭਗਤ ਔਰ 10 ਗੁਰੂ ਸਾਹਿਬਾਨਾਂ ਦੀ ਪਵਿੱਤਰ ਬਾਣੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੁਭਾਏਮਾਨ ਹੈ। ਅਸੀਂ ਗੁਰਬਾਣੀ ਤੋਂ ਮਾਰਗਦਰਸ਼ਨ ਲੈ ਕੇ ਤੇ ਪੰਜਾਂ ਪਿਆਰਿਆਂ ਤੋਂ ਅਮਰ ਦੀ ਦਾਲ ਲੈ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ। ਜਦੋਂ ਤੋਂ ਦੁਨੀਆ ਬਣੀ ਹੈ ਉਦੋਂ ਤੋਂ ਹੀ ਗੁਰੂ ਵਾਲੇ ਬਣਨ ਦਾ ਜਿਹੜਾ ਹੈ ਇਹ ਸਿਸਟਮ ਚੱਲਿਆ ਆ ਰਿਹਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਪਰਮੇਸ਼ਰ ਨੇ ਕਿਹਾ, ਨਾਨਕ ਮੇਰਾ ਪ੍ਰਚਾਰ ਕਰ, ਦੁਨੀਆ ਵਿੱਚ ਮੇਰੇ ਬਾਰੇ ਦੱਸ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜੀ ਮੈਂ ਤੁਹਾਡੇ ਬਾਰੇ ਕਿਵੇਂ ਦੱਸਾਂ, ਮੈਨੂੰ ਤੁਸੀਂ ਦੱਸਣਾ ਕਰੋ। ਤੇ ਉੱਥੇ ਇੱਕ ਬਚਨ ਹੋਇਆ ਸੀ, ਕਹਿੰਦੇ ਸੱਚਖੰਡ ਵਿੱਚ ਅਕਾਲ ਪੁਰਖ ਕਹਿਣ ਲੱਗੇ, ਆ ਨਾਨਕ ਪਹਿਲਾਂ ਮੈਂ ਤੇਰਾ ਗੁਰੂ ਬਣਦਾ ਹਾਂ। ਕਿਉਂਕਿ ਮਾਤ ਲੋਕ ਵਿੱਚ ਗੁਰੂ ਚੇਲੇ ਦੀ ਪ੍ਰਥਾ ਚੱਲਦੀ ਹੈ। ਮਾਤ ਲੋਕ ਵਿੱਚ ਗੁਰੂ ਤੇ ਸਿੱਖ ਦੀ ਪ੍ਰਥਾ ਚੱਲਦੀ ਹੈ।
ਸਭ ਤੋਂ ਪਹਿਲਾਂ ਮਨੁੱਖ ਨੂੰ ਗੁਰੂ ਦੇ ਲੜ ਲੱਗਣਾ ਪੈਂਦਾ। ਆ ਮੈਂ ਤੇਰਾ ਗੁਰੂ ਬਣ ਕੇ ਤੈਨੂੰ ਦੱਸਦਾ ਹਾਂ। ਤੇ ਫਿਰ ਕਹਿੰਦੇ ਉਸ ਤੋਂ ਬਾਅਦ ਅਕਾਲ ਪੁਰਖ ਨੇ ਕਿਹਾ ਮੇਰਾ ਕੀ ਪ੍ਰਚਾਰ ਕਰਨਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਹ ਸਾਰੇ ਪਰਮੇਸ਼ਰ ਨੂੰ ਮਿਲਣ ਦੇ ਲੱਛਣ ਹੈ, ਉਹਦਾ ਸਰੂਪ ਹੈ, ਉਹਦੀ ਜਾਣਕਾਰੀ ਹੈ ਮੂਲ ਮੰਤਰ ਵਿੱਚ। ਤੇ ਅਖੀਰ ਤੇ ਸ਼ਬਦ ਲਿਖਿਆ ਗੁਰ ਪ੍ਰਸਾਦ। ਐਸੇ ਲੱਛਣਾਂ ਵਾਲੇ ਪਰਮੇਸ਼ਰ ਨੂੰ ਪਾਉਣ ਲਈ ਸਾਨੂੰ ਗੁਰੂ ਦੀ ਕਿਰਪਾ ਲੈਣ ਦੀ ਲੋੜ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਿਲਣਾ ਹੈ ਐਸਾ ਪਰਮੇਸ਼ਰ। ਤਾਂ ਫਿਰ ਕੀ ਹੋਇਆ, ਗੁਰੂ ਨਾਨਕ ਦੇਵ ਜੀ ਮਾਤਲੋਕ ਵਿੱਚ ਆਏ ਤੇ ਸਾਨੂੰ ਸੰਬੋਧਨ ਕਰਕੇ ਕਿਹਾ ਜਪ। ਹੇ ਮਨੁੱਖ ਸਿੱਖਾ ਤੂੰ ਕਿਹਨੂੰ ਜਪਦਾ ਹੈ? ਨਦੀਆਂ ਨਾਲਿਆਂ ਨੂੰ, ਟੋਏ ਟਿੱਬਿਆਂ ਨੂੰ, ਪਸ਼ੂਆਂ ਪੰਛੀਆਂ ਨੂੰ? ਇਹ ਤਾਂ ਸਾਰੀਆਂ ਉਸ ਪਰਮੇਸ਼ਰ ਦੀਆਂ ਕਰਤੇ ਦੀਆਂ ਕਿਰਤਾਂ ਹਨ। ਆ ਤੈਨੂੰ ਮੈਂ ਦੱਸਾਂ ਕਿਹਨੂੰ ਜਪਣਾ। ਅਗਲਾ ਜਿਹੜਾ ਸ਼ਲੋਕ ਹੈ ਉਹ ਹੈ ਬਾਬੇ ਨਾਨਕ ਵੱਲੋਂ ਉਚਾਰਨ ਕੀਤਾ ਹੋਇਆ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਹਨੂੰ ਜਪੀਏ ਜਿਹੜਾ ਆਰੰਭ ਤੋਂ ਸੱਚ ਸੀ, ਜਿਹੜਾ ਜੁਗਾਂ ਵਿੱਚ ਵੀ ਸੱਚ ਸੀ, ਜਿਹੜਾ ਅੱਜ ਵੀ ਸੱਚ ਹੈ ਤੇ ਕੱਲ ਵੀ ਸੱਚ ਰਹੇਗਾ। ਕੂੜ ਨਿਖੁੱਟੈ ਨਾਨਕਾ, ਜਿਹਨੂੰ ਤੁਸੀਂ ਜਪਦੇ ਹੋ ਇਹ ਸਭ ਖਤਮ ਹੋਣ ਵਾਲਾ ਹੈ। ਤੇ ਜਿਹੜਾ ਖਤਮ ਹੋਣ ਵਾਲਾ ਉਹਨੂੰ ਜਪਣ ਦਾ ਫਾਇਦਾ ਕੋਈ ਨਹੀਂ। ਆਓ ਆਪਾਂ ਉਹਨੂੰ ਜਪੀਏ ਜੋ ਸਦਾ ਰਹਿਣ ਵਾਲਾ ਹੈ। ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਤੇ ਜੇ ਕਿਤੇ ਪੂਰਾ ਸਤਿਗੁਰੂ ਮਿਲ ਜਾਵੇ, ਵੈਸੇ ਹੁਣ ਲੱਭਣ ਦੀ ਲੋੜ ਨਹੀਂ, ਲੱਭਣਾ ਕਿੱਥੋਂ ਹੈ, ਮਿਲਣ ਨੂੰ ਮਿਲਿਆ ਹੀ ਪਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪੱਕੇ ਹੀ ਗੁਰੂ ਪਿਆਰਿਓ ਹੁਕਮ ਦੇ ਦਿੱਤੇ ਸਾਨੂੰ ਕਿ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬਸ ਕਿਧਰੇ ਜਾਣ ਦੀ ਲੋੜ ਹੀ ਨਹੀਂ ਪੈਣੀ। ਸਾਡੇ ਕੋਲ ਗੁਰਬਾਣੀ ਹੈ। ਇਸ ਗੁਰਬਾਣੀ ਤੋਂ ਮਾਰਗ ਦਰਸ਼ਨ ਲਈਏ, ਇਹਨੂੰ ਗੁਰੂ ਮੰਨ ਲਈਏ। ਕਿਉਂਕਿ ਜੇ ਕਿਸੇ ਮਨੁੱਖ ਦੇ ਲੜ ਮਨੁੱਖ ਲੱਗਦਾ ਹੈ ਤੇ ਉਹ ਵੀ ਤਾਂ ਉਹਦਾ ਬਚਨ ਮੰਨਦਾ ਹੈ ਨਾ। ਬੱਚੇ ਦਾ ਉਸਤਾਦ ਗੁਰੂ ਮਾਸਟਰ ਹੈ ਤੇ ਮਾਸਟਰ ਦੀ ਫੋਟੋ ਧੂਫਦਾ ਥੋੜ੍ਹਾ ਦਿੰਦਾ ਬੱਚਾ। ਉਸ ਮਾਸਟਰ ਦੀ ਗੱਲ ਮੰਨਦਾ ਹੈ, ਉਹਦੀ ਪੜ੍ਹਾਈ ਹੋਈ ਗੱਲ ਨੂੰ ਮੰਨ ਕੇ ਫਿਰ ਉਹ ਪਾਸ ਹੁੰਦਾ ਹੈ। ਇਹ ਥੋੜ੍ਹਾ ਹੀ ਬਈ ਅਸੀਂ ਕਰਮਕਾਂਡ ਕਰੀ ਜਾਈਏ, ਮਾਸਟਰ ਦੀਆਂ ਫੋਟੋਆਂ ਖਿੱਚ ਕੇ ਉਹਨੂੰ ਧੂਫਾਂ ਦੇ ਚੱਲੀਏ ਤੇ ਪਾਸ ਹੋ ਜਾਵਾਂਗੇ। ਪਾਸ ਤਾਂ ਉਹਦੀ ਗੱਲ ਮੰਨ ਕੇ ਹੋਣਾ। ਇਸ ਕਰਕੇ ਸਾਨੂੰ ਮਾਤ ਲੋਕ ਵਿੱਚੋਂ ਪਾਸ ਹੋਣ ਵਾਸਤੇ ਵੀ ਗੁਰੂ ਦੀ ਗੱਲ ਦੀ ਲੋੜ ਹੈ, ਜੋ ਸਾਡੇ ਕੋਲ ਜੁਗਾ ਜੁਗਾਂਤਰਾਂ ਤੱਕ ਰਹੇਗੀ, ਹੈਗੀ ਹੈ, ਗੁਰੂਆਂ ਨੇ ਦਿੱਤੀ ਹੈ। ਹੁਣ ਅੱਜ ਧੰਨ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਕਹਿੰਦੇ ਨੇ ਅੱਜ ਦੇ ਸ਼ਬਦ 'ਚ? ਕਹਿੰਦੇ ਸਿੱਖੋ ਸਤਿਗੁਰ ਪੂਰਾ ਜੇ ਮਿਲੈ। ਜੇ ਪੂਰਾ ਗੁਰੂ ਮਿਲ ਜਾਵੇ ਪਾਈਐ ਰਤਨ ਵਿਚਾਰ। ਉਹਨਾਂ ਦੇ ਕੋਲੋਂ ਗਿਆਨ ਰੂਪੀ ਹੀਰਾ ਲਓ। ਹੀਰੇ ਦਾ ਕੀ ਕੰਮ ਹੈ? ਪ੍ਰਕਾਸ਼ ਕਰਨਾ। ਅੱਜ ਕੱਲ੍ਹ ਸਾਇੰਸ ਨੇ ਬੈਟਰੀ ਬਣਾ ਲਈ, ਟਾਰਚ ਬਣਾ ਲਈ। ਹੀਰਾ ਜਿਹੜਾ ਹਨੇਰੇ ਦੇ ਵਿੱਚ ਚਮਕਦਾ ਹੈ, ਜਿਹੜਾ ਅਸਲੀ ਹੀਰਾ ਨਾ ਉਹ ਹਨੇਰੇ ਵਿੱਚ ਚਮਕਦਾ ਹੈ। ਇਸ ਕਰਕੇ ਰਤਨ ਤੋਂ ਭਾਵ ਇੱਥੇ ਗਿਆਨ ਦਾ ਹੀਰਾ ਹੈ। ਜਦ ਪੂਰਾ ਗੁਰੂ ਮਿਲ ਜਾਵੇਗਾ ਨਾ ਤੈਨੂੰ ਉਹ ਗਿਆਨ ਦੇਵੇਗਾ। ਪਾਈਐ ਰਤਨ ਵਿਚਾਰ, ਵਿਚਾਰ ਰੂਪੀ ਹੀਰਾ ਦੇਵੇਗਾ। ਔਰ ਉਸ ਵਿਚਾਰ ਰੂਪੀ ਗਿਆਨ ਰੂਪੀ ਹੀਰੇ ਨੂੰ ਲੈ ਕੇ ਫਿਰ ਤੇਰਾ ਮਾਰਗ ਜਿਹੜਾ ਸੌਖਾ ਹੋ ਜਾਵੇਗਾ। ਜਿਵੇਂ ਕੋਈ ਹਨੇਰੀ ਰਾਤ ਦੇ ਵਿੱਚ ਬੈਟਰੀ ਲੈ ਕੇ ਸੌਖਾ ਲੰਘ ਜਾਂਦਾ ਹੈ ਰਸਤੇ 'ਚੋਂ, ਉਸੇ ਤਰ੍ਹਾਂ ਹੀ ਮਨੁੱਖਾ ਜੀਵਨ ਨੂੰ ਪਾਰ ਕਰਕੇ, ਮਨੁੱਖਾ ਜੀਵਨ ਨੂੰ ਪੂਰਾ ਕਰਕੇ ਅਖੀਰ ਤੇ ਉਹ ਨਾਮ ਦੇ ਹੀਰੇ ਰਾਹੀਂ, ਗੁਰੂ ਦੀ ਬਖਸ਼ੇ ਗਿਆਨ ਦੇ ਹੀਰੇ ਰਾਹੀਂ ਮਨੁੱਖ ਆਪਣਾ ਜੀਵਨ ਸਫਲਾ ਕਰਕੇ ਪਰਮੇਸ਼ਰ ਵਿੱਚ ਮਿਲ ਸਕਦਾ।
ਫਿਰ ਦੁਬਾਰਾ ਉਹ ਕੁਰਾਹੇ ਨਹੀਂ ਪਵੇਗਾ, ਟੇਢੀਆਂ ਜੂਨਾਂ ਵਿੱਚ ਨਹੀਂ ਪਵੇਗਾ। ਇਸ ਕਰਕੇ ਗੁਰੂ ਦੀ ਲੋੜ ਹੈ। ਔਰ ਗੁਰੂ ਨੇ ਬੜੇ ਪੱਕੇ ਢੰਗ ਨਾਲ ਲੋਹੇ ਤੇ ਲਕੀਰ ਖਿੱਚਦੇ ਹੋਏ ਬਚਨ ਕਿਹਾ ਕਿ ਗੁਰੂ ਬਿਨਾਂ ਸਰਨਾ ਨਹੀਂ, ਗੁਰੂ ਵਾਲੇ ਬਣਨਾ ਚਾਹੀਦਾ ਸਾਨੂੰ। ਪ੍ਰੀਤਮ ਜੀ ਅੱਗੇ ਕਹਿੰਦੇ, ਸਤਿਗੁਰ ਪੂਰਾ ਜੇ ਮਿਲੈ, ਪਾਈਐ ਰਤਨ ਵਿਚਾਰ, ਮਨ ਦੀਜੈ ਗੁਰ ਆਪਣੈ। ਮਨ ਦੇਣ ਦਾ ਮਤਲਬ ਹੈ ਆਪਣੀ ਮੱਤ ਛੱਡ ਦਿਓ, ਕਿਉਂਕਿ ਮੱਤ ਜਿਹੜੀ ਆ ਮਨ ਚੋਂ ਪੈਦਾ ਹੁੰਦੀ ਹੈ, ਇਹਨੂੰ ਕਹਿੰਦੇ ਆ ਮਨ ਮੱਤ। ਆਪਣੀ ਮਨ ਮੱਤ ਛੱਡ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਓ। ਮਨ ਦੀਜੈ ਗੁਰ ਆਪਣਾ। ਹੁਣ ਆਪਣੇ ਖਿਆਲ ਛੱਡ ਕੇ ਆਪਣੀ ਸਲਾਹ ਦੇਣੀ ਬੰਦ ਕਰ ਤੇ ਗੁਰੂ ਦੀ ਸਲਾਹ ਮੰਨ। ਜਿਸ ਤਰ੍ਹਾਂ ਰਾਮਿਆਣੇ ਦੀ ਧਰਤੀ ਦੇ ਉੱਤੇ ਜਦ ਗੁਰੂ ਗੋਬਿੰਦ ਸਿੰਘ ਜੀ ਨਾਲ ਮਾਝੇ ਦੇ ਲੋਕਾਂ ਦਾ ਮਿਲਾਪ ਹੋਇਆ ਨਾ, ਜਦੋਂ ਦੁਨੀ ਚੰਦ ਨੂੰ ਆਨੰਦਪੁਰ ਦੇ ਕਿਲੇ 'ਚੋਂ ਉਹਨੇ ਛਾਲ ਮਾਰੀ, ਕਿਲੇ 'ਚੋਂ ਬਾਹਰ ਜਾਨ ਬਚਾਉਣ ਲਈ ਭੱਜਣਾ ਕੀਤਾ, ਤਾਂ ਕੁਝ ਮਾਝੇ ਦੇ ਲੋਕ ਉਹਨਾਂ ਨੂੰ ਮਾਝੇ ਵਿੱਚ ਲੈ ਗਏ, ਉਹਨਾਂ ਨੇ ਘਰ ਲੈ ਗਏ। ਘਰੇ ਜਾ ਕੇ ਉਹਦੀ ਮੌਤ ਹੋ ਗਈ। ਜਿਹੜੀ ਉਹਦੇ ਨਾਲ ਉਹਦੇ ਸਾਥੀ, ਉਹਦੇ ਸੰਗੀ, ਕਿਉਂਕਿ ਉਹ ਮਸੰਦ ਸੀ ਦੁਨੀ ਚੰਦ ਤੇ ਉਹਦੀ ਸੰਗਤ ਸੀ ਮਾਝੇ ਦੇ ਵਿੱਚ, ਉਹਦੇ ਨਾਲ ਗਏ ਸੀ। ਉਹਨਾਂ ਦੇ ਰਿਸ਼ਤੇਦਾਰਾਂ ਨੇ, ਪਰਿਵਾਰਾਂ ਨੇ, ਮਾਂ ਪਿਤਾ ਨੇ, ਘਰ ਵਾਲੀ ਨੇ, ਕਿਸੇ ਦੀ ਭੈਣ ਨੇ, ਕਿਸੇ ਦੇ ਭਰਾ ਨੇ ਲੜਨਾ ਕੀਤਾ ਕਿ ਤੁਸੀਂ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਔਖੇ ਸਮੇਂ। ਉੱਥੇ ਇੱਕ ਚੜ੍ਹਦੀ ਕਲਾ ਦੀ ਮਾਤਾ ਹੈ, ਮਾਈ ਭਾਗੋ ਉਸ ਦਾ ਨਾਮ ਅਸੀਂ ਲੈਂਦੇ ਹਾਂ ਪਿਆਰ ਨਾਲ। ਅੰਮ੍ਰਿਤ ਛਕ ਕੇ ਭਾਗ ਕੌਰਵ ਬਣੀ। ਤੋ ਮਾਈ ਭਾਗੋ ਨੇ ਉਹਨਾਂ ਸਾਰੇ ਵੀਰਾਂ ਨੂੰ ਇਕੱਠੇ ਕੀਤਾ, ਕਹਿੰਦੀ ਚਲੋ ਇਹ ਬਹੁਤ ਵੱਡੀ ਗਲਤੀ ਹੋ ਗਈ, ਆਪਾਂ ਗੁਰੂ ਸਾਹਿਬ ਦੇ ਕੋਲ ਚੱਲਦੇ ਹਾਂ, ਤੁਹਾਨੂੰ ਦੁਬਾਰੇ ਉਹਨਾਂ ਨਾਲ ਮਿਲਾਉਣੇ ਆ। ਪਰ ਇਸ ਜਥੇ ਦਾ ਮਿਲਾਪ ਗੁਰੂ ਸਾਹਿਬ ਦੇ ਜਥੇ ਨਾਲ ਹੋ ਗਿਆ ਰਾਮਿਆਣੀ ਦੀ ਧਰਤੀ ਤੇ ਰਾਮਿਆਣੀ ਦੀ ਧਰਤੀ ਤੇ ਪੜਾਅ ਹੋ ਗਿਆ। ਬੈਠ ਗਏ ਸਾਰੇ, ਗੱਲਾਂ ਬਾਤਾਂ ਚੱਲ ਪਈਆਂ। ਤੇ ਉਸ ਜਥੇ ਦੇ ਵਿੱਚ ਕੋਈ 200-250 ਬੰਦਾ ਸੀ, ਜਿਨ੍ਹਾਂ ਵਿੱਚ ਪਿੰਡ ਦੇ ਚੌਧਰੀ ਨੰਬਰਦਾਰ ਵੀ ਸਨ, ਜਿਨ੍ਹਾਂ ਨੂੰ ਹੰਕਾਰ ਹੁੰਦਾ ਕਿ ਸਾਡੀ ਫਲਾਣੇ ਮੰਤਰੀ ਨਾਲ ਸਿੱਧੀ ਹੈ। ਉਹਨਾਂ 'ਚ ਕੁਝ ਚੌਧਰੀ, ਕੁਝ ਨੰਬਰਦਾਰ ਕਹਿਣ ਲੱਗੇ, ਮਹਾਰਾਜ ਤੁਸੀਂ ਸਾਡੀ ਗੱਲ ਮੰਨੋ, ਲੜਾਈਆਂ ਛੱਡੋ, ਲੜਾਈਆਂ 'ਚ ਕੀ ਰੱਖਿਆ? ਸਾਡੀ ਔਰੰਗਜ਼ੇਬ ਦੇ ਨਾਲ ਸਿੱਧੀ ਹੈ, ਅਸੀਂ ਤੁਹਾਡੀ ਸੁਲਾਹ ਕਰਵਾ ਦਿੰਦੇ ਹਾਂ। ਕੋ ਸਤਨਾਮ ਸ੍ਰੀ, ਕਿਉਂਕਿ ਉਹਨਾਂ ਨੂੰ ਪਛਾਣ ਨਹੀਂ ਸੀ ਉਸ ਵੇਲੇ ਗੁਰੂ ਦੀ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਤੁਸੀਂ ਮੇਰੇ ਸਿੱਖ ਬਣ ਕੇ ਆਇਓ ਕਿ ਗੁਰੂ ਬਣ ਕੇ ਆਇਓ? ਮੇਰੀ ਸਲਾਹ ਮੰਨਣ ਆਇਓ ਕਿ ਸੁਣਾਉਣ ਆਇਓ? ਕਹਿਣ ਲੱਗੇ, ਜੀ ਤੁਸੀਂ ਲੜਾਈਆਂ ਛੱਡੋ, ਚਲੋ ਕਿਤੇ ਚੰਗੇ ਥਾਂ ਵਾਸਾ ਕਰਾਂਗੇ, ਅਸੀਂ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ ਸਰਕਾਰ ਦੇ ਨਾਲ। ਕਿ ਗੁਰੂ ਸਾਹਿਬ ਜੀ ਕਹਿੰਦੇ, ਸਾਡੇ ਕੋਈ ਸੁਲਾਹ ਨਹੀਂ। ਤੁਸੀਂ ਉਦੋਂ ਕਿੱਥੇ ਸੀ ਜਦੋਂ 5ਵੇਂ ਪਾਤਸ਼ਾਹ ਨੂੰ ਇਹਨਾਂ ਸਰਕਾਰਾਂ ਨੇ ਸ਼ਹੀਦ ਕੀਤਾ? ਜਦੋਂ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਇਸ ਔਰੰਗੇ ਨੇ, ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਵਜੀਦੇ ਨੇ ਨੀਹਾਂ ਵਿੱਚ ਚੜ੍ਹ ਕੇ ਸ਼ਹੀਦ ਕੀਤਾ, ਉਦੋਂ ਕਿੱਥੇ ਤੁਸੀਂ ਵੱਡੇ ਸੁਲਾਹ ਕਰਾਉਣ ਵਾਲੇ? ਤਾਂ ਉਹਨਾਂ ਦੇ ਵਿੱਚੋਂ ਕਿਸੇ ਮਨੁੱਖ ਦੇ ਮੂੰਹ ਚੋਂ ਨਿਕਲ ਗਿਆ ਕਿ ਅਸੀਂ ਤੁਹਾਨੂੰ ਆਪਣਾ ਗੁਰੂ ਨਹੀਂ ਮੰਨਦੇ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਚੰਗਾ ਭਾਈ, ਜੇ ਤੁਸੀਂ ਸਾਨੂੰ ਆਪਣਾ ਗੁਰੂ ਨਹੀਂ ਮੰਨਦੇ ਤਾਂ ਫਿਰ ਲਿਖ ਕੇ ਦੇ ਦਿਓ ਇੱਥੇ ਕਾਗਜ਼ ਤੇ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤਾਂ ਉਸ ਵੇਲੇ ਗੁਰੂ ਪਿਆਰਿਓ ਫਿਰ ਇੱਕ ਕਾਗਜ਼ ਤੇ ਲਿਖਿਆ ਗਿਆ, ਜਿਹਨੂੰ ਅਸੀਂ ਬੇਦਾਵਾ ਕਹਿੰਦੇ ਹਾਂ। ਇਹ ਬੇਦਾਵਾ ਰਾਮਿਆਣੇ ਦੀ ਧਰਤੀ ਤੇ ਲਿਖਿਆ ਗਿਆ। ਆਨੰਦਪੁਰ ਸਾਹਿਬ ਦੇ ਕਿਲੇ 'ਚੋਂ ਤਾਂ ਦੁਨੀ ਚੰਦ ਤੇ ਉਹਦੀ ਕੁਝ ਸੰਗਤ ਮਸੰਦ ਜਿਹੜੇ ਸਨ ਭੱਜ ਕੇ ਆਏ ਸਨ। ਬੇਦਾਵਾ ਜਿਹੜਾ ਰਾਮਿਆਣੇ ਦੀ ਧਰਤੀ ਤੇ ਲਿਖਿਆ ਗਿਆ, ਔਰ
ਬਹੁਤ ਸਾਰੇ ਲੋਕਾਂ ਨੇ ਉਹਤੇ ਸਾਈਨ ਕਰ ਦਿੱਤੇ। ਗੁੱਸੇ ਹੋ ਕੇ ਉਹ ਮਾਝੀ ਵਾਲੀ ਸੰਗਤ ਚੌਧਰੀ ਨੰਬਰਦਾਰ ਆਪਣੇ ਹੰਕਾਰ ਨੂੰ ਪੱਠੇ ਪਾਉਂਦੇ ਪੁੱਠੇ ਮੁੜ ਚੱਲੇ। ਪਰ ਮਾਤਾ ਭਾਗੋ ਜੋ ਤਹਈਆ ਕਰਕੇ ਆਈ ਸੀ ਕਿ ਮੈਂ ਗੁਰੂ ਸਾਹਿਬ ਨਾਲ ਮਿਲਣਾ ਹੈ, ਉਹ ਰੁਕ ਗਈ। ਕਹਿੰਦੀ ਫਿਰ ਮੈਂ ਤਾਂ ਨਹੀਂ ਜਾਂਦੀ, ਤੁਸੀਂ ਜਾਣਾ ਤੇ ਜਾਓ। ਔਰ ਮਾਈ ਭਾਗੋ ਦੀ ਦਲੇਰੀ ਦੇਖ ਕੇ ਭਾਈ ਮਹਾ ਸਿੰਘ ਰੁਕ ਗਿਆ। ਭਾਈ ਮਹਾ ਸਿੰਘ ਨੂੰ ਵੇਖ ਕੇ ਇਹਦੇ ਕਈ ਸੰਗੀ ਦੋਸਤ ਮਿੱਤਰ ਰੁਕ ਗਏ, ਕਹਿੰਦੇ ਯਾਰ ਅਸੀਂ ਵੀ ਨਹੀਂ ਜਾਂਦੇ ਫਿਰ, ਕਿਉਂਕਿ ਗੁਰੂ ਸਾਹਿਬ ਤਾਂ ਪੜਾ ਛੱਡ ਕੇ ਤੁਰ ਪਏ। ਇਹ ਪਿੱਛੋਂ ਸਲਾਹਾਂ ਕਰਦੇ ਆ ਰੁਕਣ ਦੀਆਂ। ਮਾਈ ਭਾਗੋ, ਭਾਈ ਮਹਾ ਸਿੰਘ ਤੇ ਭਾਈ ਮਹਾ ਸਿੰਘ ਦੇ ਹੋਰ ਸੰਗੀ ਸਾਥੀ ਲਗਭਗ 40 ਸਿੱਖਾਂ ਨੇ ਰੁਕਣਾ ਕੀਤਾ। 200-250 ਚੋਂ 40 ਜਣੇ ਜਿਹੜੇ ਸੀ ਉਹ ਰੁਕ ਗਏ। ਔਰ ਇਹਨਾਂ ਨੇ ਸਲਾਹ ਕੀਤੀ ਵੀ ਆਪਾਂ ਗੁਰੂ ਸਾਹਿਬ ਦੇ ਮਗਰ ਚੱਲੀਏ। ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ। ਕਈ ਵਾਰੀ ਬੰਦੇ ਨੂੰ ਗਲਤੀ ਕਰਕੇ ਪਤਾ ਲੱਗਦਾ ਵੀ ਇਹ ਗਲਤੀ ਹੋ ਗਈ। ਕੀ ਗਲਤੀ ਹੋ ਗਈ? ਵੀ ਜਿਹੜਾ ਮਾਝੇ ਦੀ ਸੰਗਤ ਨੇ ਲਿਖ ਕੇ ਦੇਤਾ ਵੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਇਹ ਤਾਂ ਬੇਦਾਵਾ ਹੋ ਗਿਆ। ਅਸੀਂ ਗੁਰੂ ਦੇ ਦਾਅਵੇ ਚੋਂ ਖਾਰਜ ਹੋ ਗਏ। ਹੁਣ ਅਸੀਂ ਗੁਰੂ ਕਿਹਨੂੰ ਬਣਾਵਾਂਗੇ? ਆਨੰਦ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੋਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਨਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਅੱਜ ਦੇ ਸ਼ਬਦ ਦਾ ਇਹੀ ਮਕਸਦ ਹੈ, ਕਹਿੰਦੇ ਗੁਰੂ ਤੋਂ ਬਗੈਰ ਮੁਕਤੀ ਨਹੀਂ ਹੁੰਦੀ। ਪੁੱਛੋ ਬ੍ਰਹਮੈ ਨਾਰਦੈ ਵੇਦ ਪਿਆਸੈ ਕੋਏ। ਭਾਵੇਂ ਪਿਛਲੇ ਰਿਸ਼ੀਆਂ ਮੁਨੀਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਉਹਨਾਂ ਨੂੰ ਵੀ ਗੁਰੂ ਧਾਰਨਾ ਪਿਆ। ਤਾਂ ਭਾਈ ਮਹਾ ਸਿੰਘ ਵਰਗਿਆਂ ਦਾ ਜਥਾ ਜਿਹੜਾ ਹੈ 40 ਸਿੰਘਾਂ ਦਾ ਮਾਤਾ ਭਾਗ ਕੌਰ ਜੀ ਦਾ ਪਿੱਛੇ ਚੱਲ ਪਿਆ ਹੈ। ਔਰ ਸਾਖੀ ਤੁਸੀਂ ਇਤਿਹਾਸ ਜਾਣਦੇ ਹੋ ਕਿ ਮੁਕਤਸਰ ਸਾਹਿਬ ਦਾ ਜੰਗ ਹੋਇਆ। ਜੰਗ ਦੇ ਵਿੱਚ ਇਹ ਜਥਾ ਵਿਚਾਲੇ ਆ ਗਿਆ। ਗੁਰੂ ਸਾਹਿਬ ਦਾ ਜਥਾ ਗਾਂਹ ਲੰਘ ਗਿਆ ਟਿੱਬੀ ਸਾਹਿਬ ਦੇ ਸਥਾਨ ਤੇ। ਇਹਨਾਂ ਦਾ ਜਥਾ ਉਰੇ ਰੁਕ ਗਿਆ ਵਿਚਾਲੇ, ਜਿੱਥੇ ਸਰੋਵਰ ਹੈ ਸ੍ਰੀ ਮੁਕਤਸਰ ਸਾਹਿਬ ਗੁਰੂ ਘਰ ਮਹਾਨ ਇਤਿਹਾਸਕ। ਇੱਥੇ ਢਾਬ ਸੀ ਇੱਕ, ਭਾਵ ਵੱਡਾ ਛੱਪੜ ਜੋ ਮੀਂਹਾਂ ਦਾ ਪਾਣੀ ਸਟੋਰ ਕਰਨ ਵਾਸਤੇ ਬਣਾਇਆ ਜਾਂਦਾ ਹੈ। ਉਸ ਢਾਬ ਦੇ ਉੱਤੇ ਸਿੰਘਾਂ ਨੇ ਕਬਜ਼ਾ ਕਰ ਲਿਆ ਤੇ ਉਦੋਂ ਪਿੱਛੇ ਆ ਰਿਹਾ ਸੀ ਮੁਗਲਾਂ ਪਹਾੜੀਆਂ ਦਾ ਇਕੱਠ। ਉਹਨਾਂ ਦੀ ਫੌਜ ਉਹਨਾਂ ਨਾਲ ਦੋ ਹੱਥ ਕੀਤੇ। ਜੰਗਲ ਦਾ ਇਲਾਕਾ ਸੀ, ਜੰਗਲਾਂ ਵਿੱਚ ਸਿੰਘਾਂ ਨੂੰ ਲੜਨਾ ਆਉਂਦਾ ਸੀ, ਪਰ ਉਹ ਇੰਨਾ ਲੜ ਨਹੀਂ ਸਕੇ। ਦੂਸਰਾ, ਗਰਮੀਆਂ ਦਾ ਮੌਸਮ, ਪਾਣੀ ਦੀ ਬੜੀ ਲੋੜ ਸੀ ਤੇ ਪਾਣੀ ਦੀ ਢਾਬ ਤੇ ਸਿੰਘਾਂ ਨੇ ਕਬਜ਼ਾ ਕਰ ਲਿਆ। ਇਉਂ ਧਿਆਏ ਮਰਦੇ ਆਪਣਾ ਕਾਫੀ ਨੁਕਸਾਨ ਕਰਵਾ ਕੇ ਉਹ ਦੁਸ਼ਟ ਸਾਰੇ ਵਾਪਸ ਮੁੜ ਗਏ, ਚਲੇ ਗਏ। ਤੇ ਮਗਰੋਂ ਗੁਰੂ ਸਾਹਿਬ ਨੇ ਉਤਰਨਾ ਕੀਤਾ ਦੁਬਾਰਾ ਟਿੱਬੀ ਤੋਂ ਥੱਲੇ ਆ ਕੇ ਦੇਖਿਆ ਸਿੰਘਾਂ ਨੂੰ। ਤੋ ਜਿੱਥੇ ਇਹ ਜਥਾ ਭਾਈ ਮਹਾ ਸਿੰਘ ਦਾ ਲੜਾਈ ਕਰ ਰਿਹਾ ਸੀ ਦੁਸ਼ਟਾਂ ਦੇ ਨਾਲ, ਤੁਰਕਾਂ ਦੇ ਨਾਲ, ਉੱਥੇ ਆ ਕੇ ਸ਼ਹੀਦ ਸਿੰਘਾਂ ਨੂੰ ਸੰਭਾਲਣਾ ਸ਼ੁਰੂ ਕੀਤਾ। ਔਰ ਉਹਨਾਂ ਦੇ ਵਿੱਚੋਂ ਭਾਈ ਮਹਾ ਸਿੰਘ ਸਹਿਕਦਾ ਪਿਆ ਹੈ। ਔਰ ਭਾਈ ਮਾਤਾ ਭਾਗ ਕੌਰ ਵੀ, ਜਿਨ੍ਹਾਂ ਨੇ ਕਾਫੀ ਸੱਟਾਂ ਲੱਗੀਆਂ, ਪਰ ਉਹ ਠੀਕ ਸੀ, ਹਲੇ ਬਹੁਤੇ ਬੇਹੋਸ਼ ਨਹੀਂ ਸੀ, ਜ਼ਖਮੀ ਬਹੁਤ ਸੀ ਉਹ ਵੀ। ਤਾਂ ਗੁਰੂ ਪਿਆਰਿਓ, ਭਾਈ ਮਹਾ ਸਿੰਘ ਨੂੰ ਵੇਖਿਆ ਪਾਤਸ਼ਾਹ ਜੀ ਨੇ, ਇਹ ਰੁਕ ਗਿਆ, ਵਾਪਸ ਆ ਗਿਆ, ਸ਼ੁਕਰ ਹੈ। ਬੈਠ ਗਏ, ਚੌਂਕੜਾ ਮਾਰਿਆ, ਗੋਡੇ ਤੇ ਸਿਰ ਰੱਖਿਆ, ਮਹਾ ਸਿੰਘ ਦਾ ਮੁਖ ਸਾਫ਼ ਕੀਤਾ। ਔਰ ਕਹਿੰਦੇ ਉਸ ਵੇਲੇ ਸਤਿਗੁਰਾਂ ਦੀਆਂ ਅੱਖਾਂ 'ਚੋਂ 2 ਹੰਝੂ ਡਿੱਗੇ ਆ ਭਾਈ ਮਹਾ ਸਿੰਘ ਦੇ ਮੁਖ ਤੇ, ਪਿਆਰ ਦੇ। ਤੇ ਗੁਰੂ ਪਿਆਰਿਓ, ਮਹਾ ਸਿੰਘ ਨੇ ਨੇਤਰ ਖੋਲੇ, ਅੱਖਾਂ ਖੋਲੀਆਂ, ਪਾਣੀ ਨਾਲ ਇਹਦੇ ਮੂੰਹ ਵਿੱਚ ਪਾਣੀ ਪਾਇਆ, ਹੋਸ਼ ਵਿੱਚ ਲਿਆਂਦਾ ਤੇ ਪਾਤਸ਼ਾਹ ਨੇ ਕਿਹਾ, ਮਹਾ ਸਿੰਘ ਆ ਗਏ ਤੂੰ? ਮਹਾਰਾਜ ਆ ਗਏ, ਬਖਸ਼ ਲੋ।
ਕਹਿੰਦੇ ਦੱਸ ਫਿਰ ਤੈਨੂੰ ਕੀ ਦਈਏ, ਤੁਸੀਂ ਜੰਗ ਦੇ ਵਿੱਚ ਸਾਡੇ ਹਿੱਸਾ ਪਾਇਆ। ਕਹਿਣ ਲੱਗਿਆ ਜੀ ਕੁਛ ਨਹੀਂ ਚਾਹੀਦਾ, ਬਸ ਉਹ ਵਿਦਾਵੇ ਵਾਲਾ ਕਾਗਜ਼ ਕਿੱਥੇ ਉਹ ਪਾੜ ਦਿਓ। ਪਾਤਸ਼ਾਹ ਕਹਿਣ ਲੱਗੇ ਛੱਡ ਮਹਾਸਿਆ ਟੁੱਟੀ ਹੁੱਟੀ, ਉਹ ਟਾਈਮ ਟੱਪ ਗਿਆ, ਹੁਣ ਤੂੰ ਦੱਸ ਤੈਨੂੰ ਕੀ ਚਾਹੀਦਾ। ਕਹਿਣ ਲੱਗੇ ਨਹੀਂ ਮਾਰ ਜੋ, ਵਿਦਾਵੇ ਵਾਲਾ ਕਾਗਜ਼ ਕਿੱਥੇ ਹੈ। ਪਾਤਸ਼ਾਹ ਕਹਿੰਦੇ ਤੈਨੂੰ ਰਾਜੀ ਕਰਕੇ ਰਾਜ ਭਾਗ ਦੇ ਦਿੰਦੇ ਆ, ਤੈਨੂੰ ਦੇਵਲੋਕ ਦਾ ਰਾਜਾ ਬਣਾ ਦਿੰਦੇ ਆ, ਮਾਤ ਲੋਕ ਦਾ ਰਾਜਾ ਬਣਾ ਦਿੰਦੇ ਆ, ਤੂੰ ਇਹ ਗੱਲ ਛੱਡ। ਕਹਿੰਦੇ ਨਹੀਂ ਮਹਾਰਾਜ, ਜਿਹੜੇ ਮੇਰੇ ਸਾਥੀ ਸ਼ਹੀਦ ਹੋ ਗਏ ਸਾਰੇ 40 ਜਣੇ ਸੀ ਅਸੀਂ, ਇਹ ਸਾਰੇ ਸ਼ਹੀਦ ਹੋ ਗਏ, ਇਹਨਾਂ ਦੀਆਂ ਰੂਹਾਂ ਨੂੰ ਸੱਚਖੰਡ ਜਾਣਾ ਨਹੀਂ ਮਿਲ ਰਿਹਾ, ਔਰ ਸਾਨੂੰ ਆਵਾਜ਼ਾਂ ਆ ਰਹੀਆਂ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆਏ ਹੋ, ਤੁਹਾਨੂੰ ਐਂਟਰੀ ਨਹੀਂ ਗੁਰੂ ਘਰ ਦੇ ਵਿੱਚ, ਸੱਚਖੰਡ ਦੇ ਵਿੱਚ, ਚਲੇ ਜਾਓ। ਮਹਾਰਾਜ ਉਹ ਵਿਦਾਵੇ ਵਾਲਾ ਕਾਗਜ਼ ਪਾੜ ਕੇ ਸਾਨੂੰ ਦੁਬਾਰਾ ਚਰਨੀ ਲਾਓ। ਫਿਰ ਪਾਤਸ਼ਾਹ ਜੀ ਨੇ ਦਇਆ ਕਰਦੇ ਹੋਏ ਉਹ ਖੀਸੇ ਵਿੱਚੋਂ ਵਿਦਾਵੇ ਵਾਲਾ ਕਾਗਜ਼ ਕੱਢਿਆ ਜਿਹਤੇ ਮਾਝੇ ਦੇ ਲੋਕਾਂ ਨੇ ਸਾਈਨ ਕੀਤੇ ਹੋਏ ਸੀ। ਔਰ ਗੁਰੂ ਪਿਆਰਿਓ, ਭਾਈ ਮਹਾ ਸਿੰਘ ਨੂੰ ਵਿਖਾ ਕਰਕੇ ਉਹ ਸਾਰਾ ਕਾਗਜ਼ ਖੋਲ ਕੇ ਚੰਗੀ ਤਰ੍ਹਾਂ ਦੇਖ ਲਾ, ਉਹੀ ਹੈ। ਕਹਿੰਦਾ ਜੀ ਉਹੀ ਹੈ, ਇਹਨੂੰ ਪਾੜ ਦਿਓ। ਭਾਈ ਮਹਾ ਸਿੰਘ ਦੇ ਸਾਹਮਣੇ ਪਾੜ ਕੇ ਉਹ ਕਾਗਜ਼ ਹਵਾ 'ਚ ਉਡਾ ਦਿੱਤਾ ਤੇ ਟੁੱਟੀ ਗੰਢ ਲਈ। ਉਸ ਥਾਂ ਤੇ ਸਥਾਨ ਬਣਿਆ ਗੁਰਦੁਆਰਾ ਸਾਹਿਬ ਟੁੱਟੀ ਗੰਢੀ ਸ੍ਰੀ ਮੁਕਤਸਰ ਸਾਹਿਬ ਵਿਖੇ। ਜੋ ਖਿਦਰਾਣੇ ਦੀ ਢਾਬ ਸੀ ਉਹਦਾ ਵੀ ਨਾਮ ਬਦਲ ਦਿੱਤਾ, ਉਹਨੂੰ ਮੁਕਤੀ ਦਾ ਸਰੋਵਰ ਬਣਾ ਦਿੱਤਾ, ਜਿੱਥੇ ਕਿ 40 ਜਣੇ ਅੱਜ ਬੇਦਾਵੇ ਤੋਂ ਮੁਕਤ ਹੋ ਕੇ ਦੁਬਾਰਾ ਗੁਰੂ ਚਰਨੀ ਲੱਗੇ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦੁਬਾਰਾ ਆਪਦੇ ਬਣਾਇਆ ਸੀ। ਇਸ ਕਰਕੇ ਗੁਰੂ ਵਾਲੇ ਬਣਨਾ ਕਿੰਨੇ ਜ਼ਰੂਰੀ ਹੈ। ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ, ਸਤਿਗੁਰ ਪੂਰਾ ਜੇ ਮਿਲੈ, ਜੇ ਪੂਰਾ ਗੁਰੂ ਮਿਲ ਜਾਵੇ ਫਿਰ ਅਸੀਂ ਉਹਦੇ ਕੋਲੋਂ ਨਾਮ ਰੂਪੀ ਗਿਆਨ ਰੂਪੀ ਹੀਰਾ ਲਈਏ। ਪਾਈਐ ਰਤਨ ਵਿਚਾਰ, ਮਨ ਦੀਜੈ ਗੁਰ ਆਪਣੇ, ਪਾਈਐ ਸਰਬ ਪਿਆਰ। ਔਰ ਜੇ ਅਸੀਂ ਗੁਰੂ ਦੇ ਬਣ ਜਾਈਏ, ਗੁਰੂ ਦੇ ਲੜ ਲੱਗ ਜਾਈਏ, ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਤਾਂ ਦੁਨੀਆ ਵੀ ਪਿਆਰ ਕਰਦੀ ਹੈ। ਫਰੀਦਾ ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਾਰਾ ਸੰਸਾਰ ਤੇਰਾ ਬਣ ਜਾਵੇਗਾ ਜੇ ਤੂੰ ਮੇਰਾ ਬਣ ਜਾਵੇਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗੁਰੂ ਨੂੰ ਮਿਲੀਏ ਭਾਈ ਰੇ, ਮਨ ਦੀਜੈ ਗੁਰ ਆਪਣੇ, ਪਾਈਐ ਸਰਬ ਪਿਆਰ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਸਾਰਾ ਸੰਸਾਰ ਵੀ ਉਹਨਾਂ ਦੀ ਸਲਾਹਿਤਾ ਕਰਦਾ। ਜਿਨ੍ਹਾਂ ਨੇ ਪਰਮੇਸ਼ਰ ਰੂਪੀ ਗੁਰੂ ਨੂੰ ਸਿਮਰਿਆ, ਗੁਰੂ ਦੇ ਅਨੁਸਾਰ ਚੱਲਣਾ ਕੀਤਾ, ਅੱਜ ਅਸੀਂ ਉਹਨਾਂ ਨੂੰ ਮੱਥੇ ਟੇਕਦੇ ਹਾਂ, ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਆ। ਜਿਵੇਂ ਲਹਿਣਾ ਜੀ ਨੇ ਗੁਰੂ ਨਾਨਕ ਜੀ ਦੀ ਗੱਲ ਮੰਨੀ ਤੇ ਸਾਰੀ ਸੰਸਾਰ ਨੂੰ ਉਹਨਾਂ ਨੇ ਪੈਰੀਂ ਪਾ ਦਿੱਤਾ। ਜਿਵੇਂ ਚੌਥੇ ਪਾਤਸ਼ਾਹ ਜੀ ਨੇ ਤੀਜੇ ਪਾਤਸ਼ਾਹ ਦੀ ਗੱਲ ਮੰਨੀ ਤੇ ਸਾਰਾ ਸੰਸਾਰ ਉਹਨਾਂ ਦੇ ਚਰਨੀ ਲੱਗ ਗਿਆ। ਇਸੇ ਤਰ੍ਹਾਂ ਮਨ ਦੀਜੈ ਗੁਰ ਆਪਣੇ, ਜੇ ਆਪਣਾ ਮਨ ਗੁਰੂ ਨੂੰ ਦੇ ਦਈਏ, ਪਾਈਐ ਸਰਬ ਪਿਆਰ, ਫਿਰ ਸਾਰੀ ਦੁਨੀਆ ਦਾ ਪਿਆਰ ਮਿਲ ਸਕਦਾ। ਮੁਕਤ ਪਦਾਰਥ ਪਾਈਐ, ਅਵਗੁਣ ਮੇਟਣ ਹਾਰ। ਹੋਰ ਮੁਕਤੀ ਵੀ ਮਿਲੇਗੀ। ਜਿਸ ਤਰ੍ਹਾਂ ਭਾਈ ਮਹਾ ਸਿੰਘ ਹੋਰਾਂ ਨੇ ਗੁਰੂ ਦੀ ਗੱਲ ਮੰਨਣੀ ਕੀਤੀ, ਜਿਹੜੇ ਚੌਧਰੀ ਸਨ ਵਿਦਾਵਾ ਲਿਖਣ ਵਾਲੇ ਉਹ ਤਾਂ ਮੁੜ ਗਏ, ਪਰ ਭਾਈ ਮਹਾ ਸਿੰਘ ਹੋਰਾਂ ਨੇ ਉਹ ਵਿਦਾਵਾ ਪੜਵਾਇਆ ਦੁਬਾਰਾ। ਪਾਤਸ਼ਾਹ ਕਹਿਣ ਲੱਗੇ, ਮਹਾਸਿਆ ਤੂੰ ਮਾਝੇ ਦੀ ਸਿੱਖੀ ਰੱਖ ਲਈ ਐ, ਨਹੀਂ ਤਾਂ ਮਾਝਾ ਟੁੱਟ ਗਿਆ ਸੀ ਗੁਰੂ ਨਾਲੋਂ। ਚੰਗਾ ਕੀਤਾ। ਇਸ ਕਰਕੇ ਪ੍ਰੀਤਮ ਜੀ ਕਹਿੰਦੇ, ਮਨ ਦੀਜੈ ਗੁਰ ਆਪਣੇ, ਪਾਈਐ ਸਰਬ ਪਿਆਰ, ਤੇ ਨਾਲੇ ਮੁਕਤ ਪਦਾਰਥ ਪਾਈਐ। ਆਵਾ ਗਾਉਣ ਦੇ ਚੱਕਰ ਚੋਂ ਕੱਢਣ ਵਾਲਾ ਵੀ ਗੁਰੂ ਦਾ ਗਿਆਨ ਹੈ। ਗੁਰੂ ਨਾਮ ਰੂਪੀ ਹੀਰਾ, ਗਿਆਨ ਰੂਪੀ ਹੀਰਾ ਦਿੰਦਾ ਸਾਨੂੰ।
ਮਨ ਦੀਜੈ ਗੁਰ ਆਪਣੈ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗੁਣ ਮੇਟਨ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ ਔਰ ਗੁਰੂ ਦੀ ਸਾਨੂੰ ਪੈਰ ਪੈਰ ਤੇ ਲੋੜ ਪੈਂਦੀ ਹੈ। ਧਰ ਧਰ ਪੈਰ, ਹਰ ਪੈਰ ਹਰ ਕਦਮ ਸੋਚ ਸਮਝ ਕੇ ਰੱਖਣਾ ਚਾਹੀਦਾ, ਚੱਕਣਾ ਚਾਹੀਦਾ। ਗੁਰੂ ਦੀ ਵਿਚਾਰ ਅਨੁਸਾਰ ਚੱਲੀਏ ਤਾਂ ਫਿਰ ਸਾਡਾ ਜੀਵਨ ਸਫਲਾ ਹੋ ਸਕਦਾ ਹੈ। ਪਾਤਸ਼ਾਹ ਕਹਿੰਦੇ ਮੈਂ ਨਹੀਂ ਕਹਿੰਦਾ ਇਕੱਲਾ, ਪੁੱਛੋ ਬ੍ਰਹਮੈ ਨਾਰਦ, ਬ੍ਰਹਮਾ ਵਰਗਿਆਂ ਨੂੰ, ਨਾਰਦ ਮੁਨੀ ਵਰਗਿਆਂ ਨੂੰ, ਵੇਦ ਵਿਆਸ ਰਿਸ਼ੀ ਹੋਇਆ, ਉਸ ਦਾ ਪੁੱਤਰ ਸੁਖਦੇਵ ਮੁਨੀ, ਉਹਨਾਂ ਨੂੰ ਪੁੱਛ ਲਓ। ਵੇਦ ਵਿਆਸੈ ਕੋਏ, ਉਹਨਾਂ ਨੂੰ ਪੁੱਛ ਲਓ। ਗੁਰੂ ਤੋਂ ਬਗੈਰ ਕਿਸੇ ਦੀ ਮੁਕਤੀ ਨਹੀਂ ਹੋਈ। ਬਚਪਨ ਤੋਂ ਬੱਚੇ ਨੂੰ ਮਾਂ ਗੁਰੂ ਮਿਲਦੀ ਹੈ, ਫਿਰ ਪਿਤਾ ਗੁਰੂ ਦਾ ਗਿਆਨ ਹੁੰਦਾ ਹੈ, ਫਿਰ ਮਾਸਟਰ ਗੁਰੂ ਮਿਲਦੇ ਆ, ਉਸਤਾਦ ਮਿਲਦੇ ਆ, ਵਰਕਸ਼ਾਪਾਂ ਦੇ ਮਿਸਤਰੀ ਗੁਰੂ ਮਿਲਦੇ ਆ, ਫਿਰ ਅੱਗੇ ਜਾ ਕੇ ਗੁਰੂ ਨਾਨਕ ਗੁਰੂ ਮਿਲਦਾ ਹੈ। ਇਹ ਵੀ ਮਨੁੱਖ ਦਾ ਬੜਾ ਜ਼ਰੂਰੀ ਫਰਜ਼ ਹੈ। ਚਾਰੇ ਹੀ ਗੁਰੂਆਂ ਨੂੰ ਪ੍ਰਾਪਤ ਕਰਨਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ, ਤੀਸਰਾ ਗੁਰੂ ਗੁਰੂ ਨਾਨਕ ਧਰਮ ਦਾ ਗੁਰੂ ਪਰਮੇਸ਼ਰ ਆ। ਫਿਰ ਜੀਵ ਪਰਮੇਸ਼ਰ ਹੋ ਜਾਂਦਾ, ਉਹਦੇ ਵਿੱਚ ਮਿਲ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਪ੍ਰੀਤਮ ਜੀ ਕਹਿੰਦੇ ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ ਰਹਾਓ। ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੈ ਸੋਏ। ਗੁਰੂ ਕੀ ਕਰਦਾ ਹੈ? ਜਿਸ ਪਰਮੇਸ਼ਰ ਨੂੰ ਕਥਿਆ ਨਹੀਂ ਜਾ ਸਕਦਾ ਉਹਦੇ ਬਾਰੇ ਗੁਰੂ ਕਥਦਾ ਹੈ। ਭਾਵ ਜਿਹਦੇ ਬਾਰੇ ਦੱਸਣਾ ਬੜਾ ਮੁਸ਼ਕਿਲ ਹੈ, ਉਹ ਗੁਰੂ ਦੇ ਕੋਲ ਹੀ ਤਾਕਤ ਹੈ ਕਿ ਉਹ ਦੱਸ ਸਕਦਾ ਹੈ। ਉਹਦੇ ਵਿੱਚ ਤਾਕਤ ਹੈ ਇਹ, ਉਹ ਅਕਥ ਪਰਮੇਸ਼ਰ ਜਿਸ ਦੇ ਬਾਰੇ ਭਾਵੇਂ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਉਸ ਪਰਮੇਸ਼ਰ ਦੀ ਜਿੰਨੀ ਮਰਜ਼ੀ ਕਥਾ ਕਰੀ ਚੱਲੋ ਮੁੱਕਦੀ ਨਹੀਂ। ਜਿੰਨੀ ਮਰਜ਼ੀ ਉਹਦੀ ਕਥਨਾ ਕਰੀ ਚੱਲੋ, ਉਹਦੇ ਦੱਸਣ ਬਾਰੇ ਪੂਰਾ ਦੱਸਣਾ ਬੜਾ ਮੁਸ਼ਕਲ ਹੈ। ਪਰ ਗੁਰੂ ਫਿਰ ਵੀ ਸਾਡੀ ਜੀਵ ਆਤਮਾ ਨੂੰ ਉਸ ਰਸਤੇ ਤੇ ਤੋਰ ਦਿੰਦਾ ਹੈ ਜਿਹੜੇ ਰਸਤੇ ਫੀਲ ਕਰ ਸਕਦਾ ਹੈ, ਖੁਦ ਅਨੁਭਵ ਕਰ ਸਕਦਾ ਹੈ, ਉਸ ਮਾਲਕ ਨੂੰ ਪ੍ਰਾਪਤ ਕਰ ਸਕਦਾ। ਕਿਉਂਕਿ ਕਿਸੇ ਨੂੰ ਵੀ ਹੁਣ ਕਥਨਾ ਪੂਰੀ ਕਿਉਂ ਨਹੀਂ ਹੋ ਸਕਦੀ? ਜਿਵੇਂ ਕੋਈ ਗੁੜ ਦੇ ਬਾਰੇ ਗਿਆਨਤਾ ਦੇ ਸਕਦਾ ਹੈ ਪਰ ਗੁੜ ਦੇ ਸਵਾਦ ਬਾਰੇ ਦੱਸ ਨਹੀਂ ਸਕਦਾ, ਗੁੜ ਦਾ ਸਵਾਦ ਨਹੀਂ ਦੇ ਸਕਦਾ। ਜੇ ਕੋਈ ਪੁੱਛੇ ਗੁੜ ਕਿਹੋ ਜਿਹਾ, ਉਹ ਗਿਆਨ ਦੇ ਸਕਦਾ ਮਿੱਠਾ ਹੈ। ਫਿਰ ਅਗਲਾ ਪੁੱਛੇ ਮਿੱਠਾ ਕਿਹੋ ਜਿਹਾ, ਮਿੱਠਾ ਦੇ, ਉਹ ਫਿਰ ਕਹਿੰਦਾ ਕਿ ਤੂੰ ਗੁੜ ਖਾ ਕੇ ਦੇਖ ਲੈ ਭਾਈ, ਮੈਨੂੰ ਨਹੀਂ ਪਤਾ। ਪਤਾ ਉਹਨੂੰ ਲੱਗ ਗਿਆ, ਪਰ ਉਦੋਂ ਅੱਗੇ ਮਿੱਠੇ ਦੇ ਬਾਰੇ ਦੱਸਣ ਲਈ ਸਵਾਲ ਆਪਣਾ ਕੋਈ ਸ਼ਬਦ ਨਹੀਂ ਹੈਗਾ। ਇਹ ਐਸਾ ਨਾਮ ਦਾ ਰਸ ਹੈ ਜਿਸ ਦੇ ਰਸਤੇ ਤੇ ਗੁਰੂ ਸਿੱਖ ਨੂੰ ਤੋਰ ਸਕਦਾ ਹੈ, ਪਰ ਅੱਗੇ ਜਾ ਕੇ ਰਸ ਇਹਨੇ ਆਪ ਲੈਣਾ। ਗੁਰੂ ਕਿਰਪਾ ਕਰਕੇ ਉਹ ਰਸਤਾ ਦੱਸਦਾ ਹੈ। ਉਹ ਨਾਮ ਰੂਪੀ ਬੈਟਰੀ ਹੀਰਾ ਦਿੰਦਾ ਹੈ ਹੱਥ ਵਿੱਚ ਕਿ ਜਾ ਇਸ ਰਸਤੇ ਜਾ, ਤੈਨੂੰ ਮਿਲ ਜਾਵੇਗਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੇ ਗੂੰਗੇ ਨੇ ਗੁੜ ਖਾਧਾ ਹੋਵੇ, ਚਲੋ ਗੂੰਗਾ ਤਾਂ ਬੋਲ ਨਹੀਂ ਸਕਦਾ, ਤੇ ਬੋਲਣ ਵਾਲਾ ਵੀ ਗੁੜ ਦੇ ਸਵਾਦ ਨੂੰ ਦੱਸ ਨਹੀਂ ਸਕਦਾ, ਮਿੱਠਾ ਕਿਹੋ ਜਿਹਾ ਕੌੜਾ ਕਿਹੋ ਜਿਹਾ। ਉਹ ਤਾਂ ਸਾਡੀ ਜੀਭ ਹੀ ਦੱਸੂਗੀ ਜਦੋਂ ਸਾਡੀ ਜੀਭ ਤੇ ਜਾ ਕੇ ਲੱਗੇਗਾ। ਇਸੇ ਤਰ੍ਹਾਂ ਨਾਮ ਦਾ ਰਸ ਵੀ ਜਦ ਪੀਵਾਂਗੇ ਤਾਂ ਹੀ ਸਮਝ ਆਵੇਗੀ ਕਿ ਕਿਤਨਾ ਕੁ ਸਵਾਦ ਹੈ। ਤੇ ਜਿਨ੍ਹਾਂ ਨੇ ਪੀਤਾ ਉਹ ਚਰਖੜੀਆਂ ਤੇ ਵੀ ਚੜ੍ਹ ਗਏ, ਉਹਨਾਂ ਨੇ ਗੁਰੂ ਪਿਆਰਿਓ ਅਨੇਕਾਂ ਤਰ੍ਹਾਂ ਦੇ ਕਸ਼ਟਾਂ ਨੂੰ ਵੀ ਝੱਲ ਲਿਆ ਕੇਵਲ ਨਾਮ ਦੇ ਰਸ ਕਰਕੇ। ਮੁਕਤ ਪਦਾਰਥ ਪਾਈਐ ਅਵਗੁਣ ਮੇਟਨ ਹਾਰ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ।
पूछो ब्रह्मै नारदै वेद व्यासै कोय रहाओ। ज्ञान ध्यान धुन जानिए अकथ कहावै सोए। गुरु ज्ञान दिंदा है, सिख ने उस ते ध्यान लाउणा। जो गुरु ने ज्ञान दिता, सिख ने उस ज्ञान नूं अपने ध्यान विच लैके जाना। उस धुनी नूं सुनना है ध्यान दे नाल। गुरु दे ज्ञान नूं ध्यान दे नाल सुन। जानिए उस आवाज़ नूं सुन जो गुरु कहंदा है। ते गुरबाणी गुरु की आवाज़ है, परमेश्वर की आवाज़ है। वाहो वाहो बाणी निरंकार है ते जेवड़ अवर न कोय। पंजवें पातशाह जी ने गुरु ग्रंथ साहिब जी की बीड़ बन के इनू मत्था टेकिया और फिर इन्हां नूं पलंघे ते सुखासन करके आप थल्ले आराम किया। मतलब दसिया भी साडे तो वड्डा शब्द है, शब्द साथों वड्डा है। राम से बड़ा राम का नाम है। तो कहानी जी समझण वास्ते यह कहते जदों लंका नूं पुल बनाउणा सी ना, लंका दे पाले पासे जाना सी, तो हनुमान कहन लगे महाराज हुण की करिए। तो विचाले समुंदर आ गया, मैं तो लंघ जूंगा उड़ के, तुसीं किवें लंघोगे? करो कृपा, कोई तुहाडे कोल तां ताकत है, तुसीं मौके दे अवतार हो। त्रेते युग दे रामचंद्र नूं कहंदे, कहन लगे तुसीं किसी तरह रस्ता बनाओ, इहदे विच इट्टां उट्टां पत्थर पुत्थर छड्डो ताकि आपां उन्हां तों पैर धर के लंघ जाइए। रामचंद्र ने भी उत्थे कहा मैथों वड्डा राम का नाम है, मैं वड्डा नहीं। तुसीं इन्हां पत्थरां ते राम राम लिख के छड्डो। पहला रामचंद्र ने आपदे हत्थ नाल पत्थर छड्डे, वो डुब गए सारे। जदों ना पत्थरां ते कहंदे राम राम लिख के छड्डिया, पानी चों तैरन लगे। परमेश्वर दे नाम दे विच ताकत है। ਇਹਦਾ दूसरा अर्थ है जदों साडे पत्थर वर्गे हिरदियां ते परमेश्वर का नाम लिखिया जाए तो असी भी तैर सकते हाँ। कहो सतनाम श्री। ਇਹਦਾ ਇਹ भी मतलब है जदों साडे पत्थर वर्गे कठोर हिरदियां विच परमेश्वर का नाम जपिया जाए तो ये भी हल्के हो जाणगे, ये भी पिघल जाणगे। तो इस करके राम से बड़ा राम का नाम, परमेश्वर का नाम ही सब तो बड़ा है। इत्थे भी गुरु साहब यही गल कहते हैं कि आओ आपां गुरु दे कोलों ज्ञान विचार सुनीए, परमेश्वर का नाम सुनीए। ज्ञान ध्यान धुन जानिए अकथ कहावै सोए। गुरु दे बख्शे ज्ञान की आवाज़ नूं सुनो। गुरु की कहंदा तुहानूं अकथ की गल दसदा है। आवो सिख सतगुर के प्यारिओ गावो सच्ची बाणी। आवो संत मिलो मेरे भाई कथिए अकथ कहानी। तो गुरु अकथ की गल करदा है, उहनूं ध्यान दे नाल सुनना करो। अकथ कहावै सोए सफलियो बिरख हरियावला शाव कनेरी होए। जिमें दरख्त गाढ़ा हुंदा ते धुप दे विच सानूं छां दिंदा ना, गुरु उसे तरह का दरख्त की तरह सानूं हर तरह के सुख देने वाला है। जिमें उदाहरण के तौर पर पढ़ लो सुखमनी साहिब चों, जह महाभयान तब तबो काम तय हर के नाम की तुम ऊपर शाम। तो नाम देखो, जिथे कहते तैनों भयानक गर्मश लगनी आ, उथे हरि दे नाम ने तैनों छां कर देनी आ। जहां त्रिखा मन तुझिया करख्या जिथे बहुत प्यास लगनी आ, जिथे बहुत प्यास लगनी आ, तै नानक हर हर अमृत वरखे। उथे हरि दे नाम ने मीह बन के वरस जाना, अमृत वरके वरस जाना तेरे लिए। जे मार के गणे जाहे ना कोसा, हर का नाम ऊहा संग तोसा। उथे हरि दे नाम ने तेरे लिए खुराक बन जाना, जिथे भुख लगनी है। तो नाम दे विच किन्ना कुछ है।
ਸਭ ਕੁਝ ਹੈ ਕਹਿ ਦਿਓ। ਪ੍ਰੀਤਮ ਜੀ ਕਹਿੰਦੇ ਇਹ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਹੈ ਤੈਨੂੰ ਸੁੱਖ ਦੇਣ ਵਾਲਾ, ਜਿਵੇਂ ਗਰਮੀ ਵਿੱਚ ਦਰਖਤ ਦੀ ਛਾਂ ਸੁੱਖ ਦਿੰਦੀ ਹੈ। ਸਫਲਿਓ ਬਿਰਖ ਹਰੀਆਵਲਾ ਛਾਵ ਘਨੇਰੀ ਹੋਏ। ਇਹ ਗੁਰੂ ਦਾ ਬਖਸ਼ਿਆ ਨਾਮ ਹੈ ਜਿਹੜਾ ਇਹਦੇ ਵਿੱਚੋਂ ਬਹੁਤ ਕੁਝ ਮਿਲਦਾ। ਇੱਕ ਦਰਖਤ ਹੁੰਦਾ ਹੈ, ਇੱਕ ਰਾਹੀ ਚੱਲਦਾ ਹੋਇਆ ਥੱਕਿਆ ਹੋਇਆ ਦਰਖਤ ਦੇ ਛਾਵੇਂ ਰੁਕਦਾ ਹੈ, ਪਏ ਪਏ ਨੂੰ ਨੀਂਦ ਆ ਜਾਂਦੀ ਆ ਛਾਂ ਕਰਕੇ, ਫਿਰ ਉੱਠਦਾ, ਭੁੱਖ ਲੱਗਦੀ ਆ, ਉੱਪਰ ਦੇਖਦਾ ਦਰਖਤ ਜਿਹੜਾ ਅੰਬਾਂ ਦਾ ਹੈ, ਉਸੇ ਦਰਖਤ ਦੇ ਬਾਲੇ ਸੋਟੀ ਮਾਰਦਾ, ਡਲਾ ਮਾਰਦਾ ਹੈ, ਤੇ ਦਰਖਤ ਕਹਿੰਦਾ ਲੈ ਪੁੱਤ ਅੰਬ ਵੀ ਖਾ ਲਾ ਜੇ ਭੁੱਖ ਲੱਗੀ ਹੈ ਤਾਂ। ਕੋਈ ਸਤਨਾਮ ਸ੍ਰੀ। ਅੱਗੇ ਚੱਲ ਕੇ ਮਨੁੱਖ ਉਹਨਾਂ ਹੀ ਦਰਖਤਾਂ ਦੀਆਂ ਲੱਕੜਾਂ ਵੱਢ ਕੇ ਆਪਣਾ ਭੋਜਨ ਵੀ ਤਿਆਰ ਕਰਦਾ ਹੈ। ਉਹਨਾਂ ਦਰਖਤਾਂ ਨੂੰ ਗੁਰੂ ਪਿਆਰਿਓ ਫੱਟੇ ਬਣਾ ਕੇ ਆਪਣੇ ਘਰ ਵੀ ਬਣਾਉਂਦਾ ਹੈ। ਇਸ ਕਰਕੇ ਦੇਖੋ ਗੁਰੂ ਕਿੰਨੀਆਂ ਦਾਤਾਂ ਦਿੰਦਾ। ਪਾਤਸ਼ਾਹ ਜੀ ਕਹਿੰਦੇ ਆਹੋ ਇਹ ਸਤਿਗੁਰੂ ਜਿਹੜਾ ਹੈ ਹਰਿਆਲੇ ਬਿਰਖ ਵਰਗਾ ਹੈ, ਜਿਹੜਾ ਤੈਨੂੰ ਸੁੱਖ ਰੂਪੀ ਛਾਂ ਦੇਣ ਵਾਲਾ ਹੈ। ਲਾਲ ਜਵਹਿਰ ਮਾਨ ਕੀ। ਇਸ ਗੁਰੂ ਕੋਲੇ ਹੋਰ ਵੀ ਬਹੁਤ ਕੁਝ ਹੈ, ਇੰਨਾ ਕੀ ਨਹੀਂ ਕਿ ਛਾਂ ਦੇਊਗਾ ਕੱਲੀ। ਇਹਦੇ ਕੋਲੇ ਹੀਰੇ ਜਵਾਹਰਾਤ ਰਤਨ ਗੁਰ ਭੰਡਾਰੈ ਸੋਏ। ਗੁਰੂ ਦੇ ਭੰਡਾਰੇ ਵਿੱਚ ਬਹੁਤ ਕੁਝ ਹੈ। ਲਾਲ ਜਵਹਿਰ ਮਾਨ ਕੀ ਭਾਵ ਇੱਥੇ ਕੇਵਲ ਪੱਥਰਾਂ ਦੀ ਗੱਲ ਨਹੀਂ, ਇੱਥੇ ਲਾਲ ਤੋਂ ਮਤਲਬ ਪਰਮੇਸ਼ਰ ਦੇ ਨਾਮ ਤੋਂ ਹੈ। ਲਾਲ ਜਵਹਿਰ ਮਾਨ ਕੀ ਭਾਵ ਉਸ ਪਰਮੇਸ਼ਰ ਦਾ ਨਾਮ ਦਾ ਗਿਆਨ ਹੈ ਜਿਹੜਾ ਉਹ ਗੁਰੂ ਦੇ ਭੰਡਾਰੇ ਵਿੱਚ ਹੈ, ਜਿਹੜਾ ਤੇਰੇ ਜੀਵਨ ਨੂੰ ਸੌਖਾ ਕਰ ਸਕਦਾ ਹੈ। ਗੁਰੂ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ। ਇਸ ਤਰ੍ਹਾਂ ਗੁਰੂ ਦੇ ਭੰਡਾਰੇ ਵਿੱਚੋਂ ਤੈਨੂੰ ਪਰਮੇਸ਼ਰ ਦਾ ਉਹ ਨਿਰਮਲ ਨਾਮ ਮਿਲ ਸਕਦਾ ਹੈ। ਜੇ ਤੈਨੂੰ ਗੁਰੂ ਮਿਲ ਜਾਵੇ, ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ। ਜੇ ਪੂਰੇ ਗੁਰੂ ਦੇ ਲੜ ਲੱਗ ਜਾਵੇ ਤੈਨੂੰ ਗਿਆਨ ਰੂਪੀ ਹੀਰਾ ਮਿਲੇਗਾ। ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ। ਗੁਰੂ ਦੇ ਖਜ਼ਾਨੇ ਵਿੱਚੋਂ ਤੈਨੂੰ ਪਿਆਰ ਮਿਲੇਗਾ, ਤੈਨੂੰ ਨਾਮ ਮਿਲੇਗਾ, ਤੈਨੂੰ ਸੰਸਾਰ ਦੇ ਸੁੱਖ ਵੀ ਮਿਲਣਗੇ। ਸਾਚੋ ਵਖਰ ਸੰਚੀਐ ਪੂਰੇ ਕਰਮੀ ਅਪਾਰ। ਇਹ ਤਾਂ ਵੱਡੇ ਭਾਗਾਂ ਵਾਲੇ ਇਸ ਦਾ ਵਪਾਰ ਕਰਦੇ ਆ। ਇਸ ਨਾਮ ਰੂਪੀ ਧਨ ਨੂੰ ਵੱਡੇ ਭਾਗਾਂ ਵਾਲੇ ਜੋੜਦੇ ਨੇ। ਵੰਜ ਕਰੋ ਵਣਜਾਰਿਓ ਵਖਰ ਲਹੋ ਸੰਭਾਲ। ਤੈਸੀ ਵਸਤ ਵਸਾਹੀਐ ਜੈਸੀ ਨਿਵਹਿ ਨਾਲ। ਇਹ ਨਾਮ ਦਾ ਵਪਾਰ ਅਮੋਲਕ ਹੈ, ਜਿਹਦਾ ਮੁੱਲ ਕੋਈ ਨਹੀਂ। ਤੇ ਇਹ ਵਪਾਰ ਕਰਨ ਵਾਲੇ ਵਪਾਰੀ ਵੀ ਅਮੋਲਕ ਹੋ ਜਾਂਦੇ ਹਨ। ਉਹਨਾਂ ਦਾ ਜੀਵਨ ਵੀ ਸਫਲਾ ਹੋ ਜਾਂਦਾ। ਜਿਵੇਂ ਬਾਬਾ ਜੀ ਕਹਿੰਦੇ ਹਨ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਹੇ। ਪ੍ਰੀਤਮ ਜੀ ਕਹਿੰਦੇ ਆਓ ਸਾਚੋ ਵਖਰ ਸੰਚੀਐ। ਇਹ ਸੱਚ ਦਾ ਸੌਦਾ ਇਕੱਠਾ ਕਰੀਏ। ਪੂਰੇ ਕਰਮ ਅਪਾਰ। ਸਾਡੇ ਕਰਮ ਜੇ ਚੰਗੇ ਹੋ ਜਾਣ। ਬਡਭਾਗੀ ਸਤ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਵੱਡੇ ਭਾਗਾਂ ਵਾਲੇ ਹੀ ਨਾਮ ਦੇ ਵਪਾਰ ਨੂੰ ਕਰਦੇ ਆ। ਪੂਰੇ ਕਰਮ ਅਪਾਰ ਸੁਖ ਦਾਤਾ ਦੁੱਖ ਮੇਟਨੋ ਸਤਿਗੁਰ ਅਸਰ ਸੰਘਾਰ। ਸਤਿਗੁਰ ਦੇ ਵਿੱਚ ਇਹ ਤਾਕਤ ਹੈ ਕਿ ਸੁੱਖਾਂ ਦਾ ਦਾਤਾ ਹੈ, ਦੁੱਖਾਂ ਨੂੰ ਮੇਟਣ ਵਾਲਾ ਹੈ। ਅਸੁਰ ਸੰਘਾਰ। ਅਸੁਰ ਹੁੰਦੇ ਆ ਦੈਤ ਤੇ ਸੁਰ ਹੁੰਦੇ ਆ ਦੇਵਤੇ। ਤੇ ਮਨੁੱਖ ਦੇ ਅੰਦਰ ਚੰਗੇ ਤੇ ਮਾੜੇ ਦੇਵਤੇ ਤੇ ਦੈਤ ਰੂਪ ਦੇ ਗੁਣ ਔਗਣ ਹਨ। ਜਦ ਗੁਰੂ ਦਾ ਬਚਨ ਇਹਦੇ ਅੰਦਰ ਵੱਜਦਾ, ਸਿਮਨ ਕਰਦਾ, ਤੇ ਇਹਦੇ ਅੰਦਰੋਂ ਇਹ ਜਮਦੂਤਾਂ ਦਾ ਖਾਤਮਾ ਕਰਦਾ, ਜਮਾਂ ਦਾ, ਦੈਂਤਾਂ ਦਾ, ਅਸੁਰਾਂ ਦਾ ਸੰਘਾਰ ਕਰਦਾ। ਜਿਵੇਂ ਸੱਜਣ ਠੱਗ ਜਿਹੜਾ ਸੀਗਾ, ਜਦ ਉਹਨੂੰ ਗੁਰੂ ਨਾਨਕ ਮਿਲਿਆ ਤੇ ਉਹਦਾ ਜੀਵਨ ਬਦਲ ਗਿਆ। ਉਹਦੇ ਅੰਦਰੋਂ ਔਗਣ ਖਤਮ ਕਰ ਦਿੱਤੇ।
किन्ने थावां ते बाबे नानक ने जाना कीता, 4 उदासियां ला के, जिन्हां जिन्हां विच औगण रूपी दैत सी। काम भी दैत है ना, क्रोध भी एक दैत है, हंकार भी दैत है। देख लो ਭਾਰਤ ਦੀਆਂ ਸਰਕਾਰਾਂ ਜਿਹੜੀਆਂ ਉਹ ਰੂਪ ਧਾਰ ਕੇ ਬੈਠੀਆਂ, ਜਨਤਾ ਦੇ ਦੁੱਖ ਨਹੀਂ ਸੁਣਦੀਆਂ, ਇਸ ਕਰਕੇ ਉਹਨਾਂ ਦੇ ਅੰਦਰ ਹੰਕਾਰ ਰੂਪੀ ਦੈਤ ਦਾ ਜਨਮ ਹੋ ਗਿਆ। ਤੇ ਗੁਰੂ ਕੀ ਕਰਦਾ, ਇਹਨਾਂ ਦੈਤਾਂ ਦਾ ਖਾਤਮਾ ਕਰਦਾ, ਬੰਦੇ ਨੂੰ ਨੋਰਮਲ ਸਟੇਜ ਤੇ ਲੈ ਆਉਂਦਾ, ਉਹਦੀ ਮੱਤ ਟਿਕਾਣੇ ਲੈ ਆਉਂਦਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਮਨੁੱਖ ਪਰਮੇਸ਼ਰ ਵੱਲ ਚੱਲਦਾ ਹੈ ਤਾਂ ਫਿਰ ਉਸ ਦੇ ਅੰਦਰੋਂ ਇਹ ਦੈਤਾਂ ਦਾ ਖਾਤਮਾ ਕਰਦਾ ਹੈ। ਸੁਖ ਦਾਤਾ ਦੁੱਖ ਮੇਟਨੋ ਸਤਿਗੁਰ ਅਸਰ ਸੰਘਾਰ। ਇਹ ਤਾਂ ਸੀ ਨਾਮ ਦੀ ਮਹਿਮਾ ਤੇ ਨਾਮ ਜਪਣ ਵਾਲਿਆਂ ਦੀ ਮਹਿਮਾ। ਅੱਗੇ ਚੌਥੇ ਪਦੇ ਵਿੱਚ ਲਿਖਦੇ ਹਨ, ਭਵ ਜਲ ਬਿਖਮ ਡਰਾਵਣੋ ਨਾ ਕੰਦੀ ਨਾ ਪਾਰ। ਇਹ ਸੰਸਾਰ ਸਮੁੰਦਰ ਜਿਹੜਾ ਹੈ, ਭਵ ਜਲ ਡਰਾਂ ਦਾ ਸਾਗਰ, ਇੱਕ ਤਾਂ ਪਾਣੀ ਦਾ ਸਾਗਰ ਹੈ, ਉਹ ਤਾਂ ਕਿਸ਼ਤੀ ਨਾਲ ਜਹਾਜ਼ ਨਾਲ ਪਾਰ ਕੀਤਾ ਜਾ ਸਕਦਾ ਹੈ, ਪਰ ਜਿਹੜਾ ਇਹ ਸੰਸਾਰ ਸਮੁੰਦਰ ਹੈ ਡਰਾਂ ਦਾ ਸਾਗਰ ਹੈ, ਚ ਡਰ ਬੜੇ ਹੈ। ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪਣੇ ਸਿੰਘਾਂ ਦੇ ਸਿੱਖਾਂ ਦੇ ਮੌਤ ਦੇ ਡਰ ਨੂੰ ਖਤਮ ਕਰ ਦਿੱਤਾ, ਨਿਡਰ ਬਣਾ ਦਿੱਤਾ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਗੁਰੂ ਕੀ ਕਰਦਾ ਹੈ, ਸਿੱਖ ਦੇ ਅੰਦਰੋਂ ਇਹਨਾਂ ਡਰਾਂ ਦਾ ਖਾਤਮਾ ਕਰਦਾ ਹੈ। ਇਹ ਸੰਸਾਰ ਸਮੁੰਦਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਡਰ ਹਨ। ਭਵ ਜਲ ਬਿਖਮ ਡਰਾਵਣ ਨਾ ਕੰਦੀ ਨਾ ਪਾਰ। ਇਹ ਸੰਸਾਰ ਦਾ ਕੋਈ ਉਰਲਾ ਪਰਲਾ ਕਿਨਾਰਾ ਵੀ ਸਮਝ ਨਹੀਂ ਆਉਂਦਾ ਤੇ ਇਹ ਚੋਂ ਨਿਕਲਣਾ ਵੀ ਬੜਾ ਔਖਾ ਹੈ। ਨਾ ਬੇੜੀ ਨਾ ਤੁਲਹੜਾ, ਇਹ ਚੋਂ ਕੱਢਣ ਵਾਲਾ ਕੋਈ ਬੇੜੀ, ਕੋਈ ਕਿਸ਼ਤੀ, ਕੋਈ ਸਮੁੰਦਰੀ ਜਹਾਜ਼ ਵੀ ਨਹੀਂ ਹੈ। ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਝ ਮਲਾਰ। ਕੋਈ ਵੰਝੀ ਲੈ ਕੇ ਕਿਸ਼ਤੀ ਨੂੰ ਚਲਾਉਣ ਵਾਲਾ ਮਲਾਹ ਵੀ ਨਹੀਂ ਹੈ ਜਿਹੜਾ ਤੈਨੂੰ ਇਹ ਚੋਂ ਪਾਰ ਲਾ ਦੇਵੇ। ਫਿਰ ਮਾਰਾ ਕੌਣ ਕੱਢੂਗਾ? ਸਤਿਗੁਰ ਭੈਕਾ ਮੋਹਿਥਾ ਨਦਰੀ ਪਾਰ ਉਤਾਰ। ਸਤਿਗੁਰ ਕੋਲੇ ਇਹਨਾਂ ਡਰਾਂ ਦਾ ਖਤਮ ਕਰਨ ਵਾਲਾ ਸਮੁੰਦਰੀ ਬੇੜਾ ਹੈ। ਆਪਣੀ ਕਿਰਪਾ ਦ੍ਰਿਸ਼ਟੀ ਨਾਲ ਕਿਵੇਂ ਪਾਰ ਕਰਦਾ ਹੈ, ਇਹ ਆਪਾਂ ਅਗਲੇ ਸ਼ਬਦ ਵਿੱਚ ਵਿਚਾਰ ਸਰਵਣ ਕਰਾਂਗੇ। 4 ਪਦੇ ਆਪਾਂ ਸਰਵਣ ਕੀਤੇ, ਰਹਿੰਦੇ 4 ਪਦੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਵੱਧ ਘੁੱਟ ਹੋ ਜਾਂਦੇ ਆ। ਤੋ ਅੱਜ ਦੇ ਪਵਿੱਤਰ ਸ਼ਬਦ ਦਾ ਕਨਸੈਪਟ ਹੈ, ਮਕਸਦ ਹੈ ਗੁਰੂ ਵਾਲੇ ਬਣਨਾ। ਅਗਰ ਗੁਰੂ ਵਾਲੇ ਨਹੀਂ ਬਣਦੇ ਮਨੁੱਖਾ ਜਨਮ ਲੈ ਕੇ, ਤੇ ਫਿਰ ਪਾਤਸ਼ਾਹ ਜੀ ਕਹਿੰਦੇ ਬੰਦਾ ਹੋਏ ਸੋ ਬੰਦਗੀ ਗਹਿ। ਬੰਦਾ ਹੋ ਕੇ ਬੰਦਗੀ ਕਰਨੀ ਚਾਹੀਦੀ ਆ, ਨਹੀਂ ਕੀਤੀ ਤਾਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਤੇ ਨਾਲ ਫਿਰ ਆਈ ਮਰ ਜਾਵੇਗਾ। ਕਰਤੂਤਾਂ ਕਰਦਾ ਪਸ਼ੂਆਂ ਵਰਗੀਆਂ, ਭਾਅ ਢੋਂਦਾ ਪਸ਼ੂਆਂ ਦੀ ਨਿਆਈ ਮਰ ਜਾਵੇਗਾ। ਮਨੁੱਖਾ ਜੀਵਨ ਦਾ ਕੋਈ ਇਸ ਨੇ ਲਾਹਾ ਨਹੀਂ ਲੈਣਾ, ਔਰ ਫਿਰ ਪਤਾ ਨਹੀਂ ਕਦੋਂ ਮਿਲੇ ਕਿ ਨਾ ਮਿਲੇ। ਪਹਿਲਾਂ ਹੀ ਅਰਬਾਂ ਖਰਬਾਂ ਸਾਲਾਂ ਤੋਂ ਬਾਅਦ ਅਸੀਂ ਟੇਢੀਆਂ ਜੂਨਾਂ ਚੋਂ ਨਿਕਲ ਕੇ ਅੱਜ ਬੰਦੇ ਬਣੇ ਆ। ਮਾਨਸ ਜਾਮਾ ਮਿਲੇ, ਚਾਹੇ ਇਸਤਰੀ ਦਾ ਚਾਹੇ ਮਨੁੱਖ ਦਾ, ਦੋਨਾਂ ਦੀ ਗੱਲ ਹੈ। ਇਹ ਮਾਨਸ ਜਾਮਾ ਬੜੇ ਲੰਮੇ ਸਮੇਂ ਬਾਅਦ ਮਿਲੇ ਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਹੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇ ਸੰਜਰੀਆ। ਬੜੇ ਲੰਮੇ ਸਮੇਂ ਬਾਅਦ ਸਾਨੂੰ ਮਨੁੱਖਾ ਦੇਹੀ ਦਿੱਤੀ ਗਈ ਹੈ, ਇਹਦਾ ਲਾਹਾ ਲੈਣਾ ਚਾਹੀਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਹਾਂ, ਮਿਲ ਸਾਧ ਸੰਗਤ ਭਜ ਕੇਵਲ ਨਾਮ ਦੇ ਮਹਾਵਾਕ ਅਨੁਸਾਰ ਗੁਰੂ ਵਾਲੇ ਬਣੀਏ। ਗੁਰੂ ਬਿਨਾਂ ਸਰਨਾ ਨੀਗਾ, ਗੁਰੂ ਦੇ ਲੜ ਲੱਗਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਨੂੰ ਇਸ ਮਾਰਗ ਦੀ ਗਿਆਨ ਦਿੱਤਾ ਤੇ ਅਸੀਂ ਗੁਰੂ ਵਾਲੇ ਬਣ ਕੇ ਰਹਿੰਦਾ ਜੀਵਨ ਸਫਲਾ ਕਰੀਏ ਜੀ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਗੁਰੂ ਪਾਤਸ਼ਾਹ ਕਿਰਪਾ ਕਰਨ। ਰਹਿੰਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ